ਆਪਣੇ ਘਰ ਤੋਂ ਬਿਲਕੁਲ ਬਾਹਰ ਨਹੀਂ ਜਾਂਦੀ ਸੀ ਕਿ ਮੈਂ ਇਸ ਕਰਕੇ ਨਹੀਂ ਬਾਹਰ ਜਾਂਦੀ ਸੀ ਕਿ ਮੈਂ ਚੱਲ ਨਹੀਂ ਸਕਦੀ ਸੀ। ਇੱਕ ਡੌਗ ਸੀਗਾ ਜਿਹੜਾ ਫਸ ਗਿਆ ਸੀਗਾ। ਜਦੋਂ ਮੈਨੂੰ ਲੱਗਾ ਵੀ ਇਹ ਡੌਗ ਲਈ ਮੈਨੂੰ ਕੁਝ ਕਰਨਾ ਪੈਣਾ ਆ, ਉਸ ਤੋਂ ਬਾਅਦ ਫਿਰ ਜਦੋਂ ਮੈਂ ਡੌਗ ਨੂੰ ਬਚਾਇਆ ਤੇ ਫਿਰ ਆਪਣਾ ਰਾਹ ਜਿਹੜਾ ਇਹਨਾਂ ਵੱਲ ਹੀ ਤੁਰਦਾ ਗਿਆ। ਮੈਂ ਇੱਕ ਪ੍ਰਾਈਵੇਟ ਜੌਬ ਕਰਦੀ ਹਾਂ ਤੇ ਪ੍ਰਾਈਵੇਟ ਜੌਬ 'ਚ ਜਿਹੜਾ ਮੈਨੂੰ ਸੈਲਰੀ ਮਿਲਦੀ ਆ ਉਹ ਸਾਰਾ ਮੈਂ ਇਹਨਾਂ ਐਲੀਮਨ ਸਟੇ ਡੌਗ ਵਾਸਤੇ ਹੀ ਖਰਚ ਕਰਦੀ ਹਾਂ। ਨਹੀਂ ਤਾਂ ਜਦੋਂ ਲੋਕਡਾਊਨ ਵਿੱਚ ਸੀਗਾ ਉਸ ਵੇਲੇ ਮੇਰੀ ਸਰਵਿਸ ਚਲੀ ਗਈ ਸੀਗੀ। ਉਹ 1.5 ਸਾਲ ਤੱਕ ਮੈਨੂੰ ਕੋਈ ਕੰਮ ਨਹੀਂ ਮਿਲਿਆ। ਤੁਹਾਨੂੰ ਆਪਣੇ ਆਪ ਡਰ ਨਹੀਂ ਲੱਗਦਾ ਉਹਨਾਂ ਤੋਂ, ਕਿਉਂਕਿ ਸਟਰੀਟ ਡੌਗਸ ਤੋਂ ਸਾਰੇ ਡਰਦੇ ਆ। 24 ਸਾਲ ਹੋ ਗਏ। ਜਦੋਂ ਬੱਚੇ ਉਹਨਾਂ ਦੀ ਗਲੀਆਂ ਦੇ ਵਿੱਚ ਬੱਚੇ ਦੇ ਦਿੰਦੇ ਡੌਗੀ, ਉਹ ਕੀ ਕਰਦੇ ਆ ਲਿਫਾਫਿਆਂ ਦੇ ਵਿੱਚ ਬੰਨ੍ਹ ਕੇ ਕੋਈ ਨਹਿਰਾਂ ਦੇ ਵਿੱਚ ਸਿੱਟ ਜਾਂਦਾ, ਕੋਈ ਕਿਤੇ ਨਾਲਿਆਂ ਦੇ ਵਿੱਚ ਸਿੱਟ ਦਿੰਦਾ। ਉਹਨਾਂ ਨੂੰ ਇੰਨਾ ਵੀ ਨਹੀਂ ਸੋਚ ਆਉਂਦੀ ਕਿ ਇਹ ਵੀ ਇੱਕ ਜੀਵ ਆ, ਪਰਮਾਤਮਾ ਦਾ ਭੇਜਿਆ ਹੋਇਆ ਆ, ਇਹਨੂੰ ਵੀ ਜੀਣ ਦਾ ਉਨਾ ਹੀ ਹੱਕ ਆ ਜਿੰਨਾ ਇਨਸਾਨ ਨੂੰ ਆ। ਮੇਰੇ ਕੋਲ ਇੱਧਰ ਲੋੜਵੰਦ ਬੱਚੇ ਵੀ ਆਉਂਦੇ ਆ, ਜਿਹੜੇ ਲੋੜਵੰਦ ਇਨਸਾਨ ਵੀ ਆਉਂਦੇ ਆ, ਜਿਨ੍ਹਾਂ ਦੀ ਮਦਦ ਨੂੰ ਮੈਂ ਪਿੱਛੇ ਨਹੀਂ ਹਟਦੀ। ਉਹਨਾਂ ਦੀ ਉਨੀ ਦੇਰ ਤੱਕ ਮੈਂ ਮਦਦ ਕਰਦੀ ਹਾਂ ਜਿੰਨੀ ਦੇਰ ਤੱਕ ਮੈਂ ਕਰ ਸਕਦੀ ਹਾਂ। ਗਾਈਆਂ ਦੇਖ ਲਓ, ਲੋਕੀ ਦੁੱਧ ਪੀਂਦੇ ਆ, ਉਹਨਾਂ ਨੂੰ ਇੰਨਾ ਇਸਤੇਮਾਲ ਕਰਦੇ ਆ, ਔਰ ਜਦੋਂ ਵਿਚਾਰੀਆਂ ਬਿਮਾਰ ਹੋ ਜਾਂਦੀਆਂ ਆ ਉਹਨਾਂ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੰਦੇ ਆ। ਜਿੱਦਾਂ ਗਊ ਮਾਤਾ ਰੁਲਦੀ ਆ, ਉਹਨਾਂ ਦੀਆਂ ਟ੍ਰੇਨਾਂ ਦੇ ਥੱਲੇ ਆ ਕੇ ਲੱਤਾਂ ਕੱਟੀਆਂ ਜਾਂਦੀਆਂ ਆ, ਸਿਰ ਕੱਟੇ ਜਾਂਦੇ ਆ, ਤੜਫਦੀਆਂ ਰਹਿੰਦੀਆਂ ਕਿੰਨੇ ਦਿਨ। ਮੈਨੂੰ ਪਤਾ, ਮੈਂ ਕਿੰਨੇ ਬੰਦਿਆਂ ਨੂੰ ਫੋਨ ਕਰਦੀ ਆ ਵੀ ਇਹਨਾਂ ਦੀ ਹੈਲਪ ਕਰੋ, ਕੋਈ ਅੱਗੇ ਨਹੀਂ ਆਉਂਦਾ। ਜਿੰਨੇ ਵੀ ਮੇਰੇ ਸਾਥੀ ਆ ਜੋ ਮੈਨੂੰ ਜਾਣਦੇ ਆ, ਕਿਸੇ ਕੋਲ 100-200 ਰੁਪਇਆ ਇਕੱਠਾ ਕਰਕੇ ਮੈਂ ਉਹਨਾਂ ਦੀ ਸਹਾਇਤਾ ਕਰਦੀ ਹਾਂ। ਵੀ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ, ਕਿਉਂਕਿ ਸਰਕਾਰ ਨਾਲੋਂ ਅੱਧਾ ਕੰਮ ਪ੍ਰਾਈਵੇਟ ਲੋਕੀ ਕਰ ਰਹੇ ਆ ਜੀ। ਔਰ ਇਹ ਚੀਜ਼ ਦੇ ਨਾਲ ਤੁਸੀਂ ਮਿਲ ਕੇ ਚੱਲੋਗੇ ਤੇ ਸਟਰੀਟ ਡੌਗ ਆ, ਗਾਈਆਂ ਆ, ਇਹ ਸੇਫ ਹੋ ਜਾਣਗੀਆਂ। ਮਗਰ ਨਹੀਂ, ਆਪਣੀ ਕਮਾਈ ਦਾ 10ਵਾਂ ਹਿੱਸਾ ਵੀ ਹੈ, 10 ਰੁਪਏ ਵੀ ਹੈ ਨਾ, ਜੇ ਤੁਸੀਂ ਇੱਕ ਇਹਨਾਂ ਐਨੀਮਲ ਨੂੰ ਖਾਣਾ ਦਿੰਦੇ ਆ ਤੇ ਇਹ ਪ੍ਰਮਾਤਮਾ ਤੁਹਾਨੂੰ ਸਭ ਤੋਂ ਵੱਡਾ ਸੁੱਖ ਦਿੰਦਾ। ਇੱਕ ਇਹਨਾਂ ਨੂੰ ਆਸ ਹੁੰਦੀ ਹੈ ਕਿ ਇਹ ਸਾਡਾ ਆਪਣਾ ਆ। ਇਹ ਜਦੋਂ ਆਪਣੇ ਦੇ ਵਿੱਚ ਗੱਲ ਆ ਜਾਂਦੀ ਆ, ਉਹ ਫਿਰ ਉਸ ਬੰਦੇ ਤੋਂ ਹੀ ਪਿਆਰ ਮੰਗਦੇ ਆ, ਤੇ ਜਿੰਨਾ ਉਹ ਪਿਆਰ ਸਾਨੂੰ ਦਿੰਦੇ ਆ ਤਾਂ ਸਾਨੂੰ ਉਹ ਤੋਂ ਜ਼ਿਆਦਾ ਉਹਨਾਂ ਨੂੰ ਦੇਣਾ ਪੈਂਦਾ। ਹੁਣ ਇਹ ਨਹੀਂ ਹੈ, ਦੇਖੋ ਮੇਰੇ ਕੋਲ ਗਾਈਆਂ ਸੀਗੀਆਂ, 25 ਗਾਵਾਂ ਤਾਂ ਇੰਨੀ ਬੁਰੀ ਤਰੀਕੇ ਨਾਲ ਬਿਮਾਰ ਸੀਗੀਆਂ। ਉਹਨਾਂ ਨੂੰ ਮੈਂ ਡਾਕਟਰ ਆਪ ਬੁਲਾ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਠੀਕ ਕਰਕੇ ਤੇ ਉਹਨਾਂ ਨੂੰ ਫਰੀਦਕੋਟ ਗਊਸ਼ਾਲਾ ਦੇ ਵਿੱਚ ਭੇਜਿਆ। ਕਹਿੰਦੇ ਆ ਜੇਕਰ ਕਿਸੇ ਲਈ ਕੁਝ ਕਰਨਾ ਹੋਵੇ ਤੇ ਹੈਸੀਅਤ ਦੀ ਜਾਂ ਪੈਸੇ ਦੀ ਲੋੜ ਨਹੀਂ ਹੁੰਦੀ, ਨੀਅਤ ਹੋਣੀ ਚਾਹੀਦੀ ਹੈ। ਜੇਕਰ ਤੁਹਾਡੀ ਕੁਝ ਕਰਨ ਦੀ ਨੀਅਤ ਹੈਗੀ ਹੈ ਤੇ ਤੁਸੀਂ ਆਪਣਾ ਰਾਹ ਖੁਦ ਲੱਭ ਲੈਂਦੇ ਹੋ। ਅੱਜ ਅਸੀਂ ਇੱਕ ਅਜਿਹੇ ਰਾਹ ਦੇ ਬਾਰੇ ਤੁਹਾਨੂੰ ਦੱਸਾਂਗੇ ਜਿਹੜਾ ਇੱਕ ਕੁੜੀ ਨੇ ਆਪਣੇ ਲਈ ਬਣਾਇਆ ਕਿ ਜਿੰਨੇ ਵੀ ਸਟਰੀਟ ਡੌਗਸ ਨੇ ਜਾਂ ਜਿਹੜੇ ਬੱਚੇ ਨੇ ਸੜਕਾਂ ਦੇ ਵਿੱਚ ਘੁੰਮ ਕੇ ਕੂੜਾ ਇਕੱਠਾ ਕਰਦੇ ਨੇ, ਉਹਨਾਂ ਦੀ ਮਦਦ ਕਿਸ ਤਰੀਕੇ ਨਾਲ ਕੀਤੀ ਜਾਵੇ, ਸਟਰੀਟ ਡੌਗਸ ਨੂੰ ਦਵਾਈਆਂ ਕਿਸ ਤਰੀਕੇ ਨਾਲ ਪਹੁੰਚਾਈਆਂ ਜਾਣ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਖਾਣਾ ਆ ਉਹ ਕਿਸ ਤਰੀਕੇ ਨਾਲ ਕੀਤਾ ਜਾਵੇ। ਸਾਡੇ ਨਾਲ ਮੌਜੂਦ ਨੇ ਰਾਜੂ ਜੀ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਸਫ਼ਰ ਹੈ ਉਹਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਬਹੁਤ ਸਵਾਗਤ ਰਾਜੂ ਜੀ। ਥੈਂਕ ਯੂ ਜੀ। ਰਾਜੂ ਜੀ, ਜਿਸ ਵਕਤ ਅਸੀਂ ਗੱਲਬਾਤ ਕਰਦੇ ਹਾਂ ਕਿ ਸਫ਼ਰ ਦੀ ਗੱਲ ਕਰਦੇ ਹਾਂ, ਕਿਉਂਕਿ ਇੱਕ ਵਾਰ ਸ਼ੁਰੂਆਤ ਕਰਨੀ ਬਹੁਤ ਔਖੀ ਹੁੰਦੀ ਹੈ, ਕਿਸ ਵਕਤ ਇਸ ਸਫ਼ਰ ਦੀ ਸ਼ੁਰੂਆਤ ਹੋਈ ਤੇ ਕਿਉਂ ਕੀਤੀ ਗਈ? ਮੈਂ ਬਹੁਤ ਛੋਟੀ ਸੀਗੀ ਤੇ ਇੱਕ ਡੌਗ ਸੀਗਾ ਜਿਹੜਾ ਫਸ ਗਿਆ ਸੀਗਾ, ਔਰ ਉਹਨੂੰ ਮੈਂ ਜਦੋਂ ਦੇਖਿਆ ਕਿ ਲੋਕੀ ਨਹੀਂ ਕੱਢ ਰਹੇ, ਔਰ ਮੈਂ ਆਪਣੇ ਘਰ ਤੋਂ ਬਿਲਕੁਲ ਬਾਹਰ ਨਹੀਂ ਜਾਂਦੀ ਸੀਗੀ ਕਿ ਮੈਂ ਇਸ ਕਰਕੇ ਨਹੀਂ ਬਾਹਰ ਜਾਂਦੀ ਸੀ ਕਿ ਮੈਂ ਚੱਲ ਨਹੀਂ ਸਕਦੀ ਸੀ ਕਿ ਲੋਕੀ ਮੈਨੂੰ ਦੇਖਣਗੇ ਕਿੱਦਾਂ ਤੁਰਦੀ ਆ, ਕਿੱਦਾਂ ਚੱਲਦੀ ਆ, ਇਸ ਕਰਕੇ ਮੈਂ ਆਪਣੇ ਘਰ ਦੇ ਅੰਦਰ ਹੀ ਰਹਿੰਦੀ ਸੀਗੀ। ਜਦੋਂ ਮੈਨੂੰ ਲੱਗਾ ਵੀ ਇਹ ਡੌਗ ਲਈ ਮੈਨੂੰ ਕੁਝ ਕਰਨਾ ਪੈਣਾ ਆ, ਉਸ ਤੋਂ ਬਾਅਦ ਫਿਰ ਜਦੋਂ ਮੈਂ ਡੌਗ ਨੂੰ ਬਚਾਇਆ ਤੇ ਫਿਰ ਆਪਣਾ ਰਾਹ ਜਿਹੜਾ ਇਹਨਾਂ ਵੱਲ ਹੀ ਤੁਰਦਾ ਗਿਆ। ਕਿੰਨੇ ਸਾਲ ਹੋ ਗਏ ਇਸ ਰਾਹ ਦੀ ਸ਼ੁਰੂਆਤ ਕੀਤੇ ਹੋਏ? ਜੀ ਮੈਨੂੰ ਹੋ ਗਏ 24 ਸਾਲ ਹੋ ਗਏ। 98 ਦੇ ਵਿੱਚ ਮੇਰਾ ਕੰਮ ਸ਼ੁਰੂ ਹੋ ਗਿਆ ਸੀ। 98 ਤੋਂ ਸ਼ੁਰੂ ਹੋਇਆ ਔਰ ਹਜੇ ਤੱਕ ਹੀ ਚੱਲ ਰਿਹਾ ਹੈ।
ਤੱਕ ਸ਼ੁਰੂਆਤ ਕੀਤੀ ਸੀਗੀ, ਕਿਸ ਪੱਧਰ ਤੋਂ ਸ਼ੁਰੂਆਤ ਕੀਤੀ ਸੀ? ਕਿਉਂਕਿ ਪਹਿਲਾਂ ਵੀ ਤੁਸੀਂ ਇਸੇ ਤਰੀਕੇ ਨਾਲ ਇਕੱਲੇ ਬਾਈਕ ਤੇ ਜਾਂਦੇ ਸੀਗੇ, ਉਹਨਾਂ ਨੂੰ ਫੀਡ ਕਰਵਾਉਣ ਕੇ ਕਿੱਦਾਂ ਕਰਦੇ ਸੀ? ਨਹੀਂ ਮੈਮ, ਮੇਰੇ ਕੋ ਪਹਿਲੋਂ ਇਹ ਬਾਈਕ ਨਹੀਂ ਸੀਗੀ, ਪਹਿਲੋਂ ਮੇਰੇ ਕੋ ਰਿਕਸ਼ਾ ਸੀਗਾ। ਰਿਕਸ਼ੇ ਤੇ ਮਤਲਬ ਥੋੜਾ ਸਮਾਨ ਰੱਖਦੀ ਸੀਗੀ, ਜਿੱਦਾਂ ਕੋਈ ਬਿਸਕਿਟ ਰੱਖ ਲੈਣੇ, ਰਸ ਰੱਖ ਲੈਣੇ, ਔਰ ਜਦੋਂ ਵੀ ਦੇਖਣਾ ਵੀ ਕੋਈ ਜ਼ਰੂਰਤਮੰਦ ਹੈਗਾ ਆ, ਡੌਗ ਆ, ਉਹਨੂੰ ਦੇ ਦੇਣੇ। ਉਸ ਤੋਂ ਬਾਅਦ ਸਮਾਂ ਬਦਲਦਾ ਗਿਆ, ਕੋਈ ਲੋਕ ਨਾਲ ਜੁੜਦੇ ਗਏ, ਡਾਕਟਰੀ ਸਹਾਇਤਾ ਮਿਲਣ ਲੱਗ ਗਈ ਤੇ ਕੰਮ ਜਿਹੜਾ ਮਨ ਵਿੱਚ ਉਤਸ਼ਾਹ ਹੋਰ ਵੱਧ ਗਿਆ ਕਿ ਮੈਂ ਇਹ ਕੰਮ ਇਹਨਾਂ ਜੀਵਾਂ ਵਾਸਤੇ ਕਰਨਾ ਹੀ ਕਰਨਾ ਆ। ਔਰ ਜ਼ਰੂਰੀ ਨਹੀਂ ਵੀ ਕਿ ਉਹ ਜੀਵ ਹੈਗੇ ਆ, ਮੇਰੇ ਕੋਲ ਇੱਧਰ ਲੋੜਵੰਦ ਬੱਚੇ ਵੀ ਆਉਂਦੇ ਆ, ਜਿਹੜੇ ਲੋੜਵੰਦ ਇਨਸਾਨ ਵੀ ਆਉਂਦੇ ਆ, ਜਿਨ੍ਹਾਂ ਦੀ ਮਦਦ ਨੂੰ ਮੈਂ ਪਿੱਛੇ ਨਹੀਂ ਹਟਦੀ। ਉਹਨਾਂ ਦੀ ਉਨੀ ਦੇਰ ਤੱਕ ਮੈਂ ਮਦਦ ਕਰਦੀ ਆ ਜਿੰਨੀ ਦੇਰ ਤੱਕ ਮੈਂ ਕਰ ਸਕਦੀ ਆ। ਇੱਕ ਚੀਜ਼ ਆਂਦੀ ਹੈ ਮੈਮ, ਫਾਈਨੈਂਸ਼ੀਅਲ ਹੈਲਪ ਜਿਹੜੀ ਹੁੰਦੀ ਆ, ਕਿ ਜਿਹੜਾ ਆਰਥਿਕ ਪੱਧਰੋਂ ਜਿਹੜੀ ਮਦਦ ਹੁੰਦੀ ਹੈ ਬਹੁਤ ਔਖੀ ਹੁੰਦੀ ਹੈ। ਅੱਜ ਕੱਲ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਅਗਰ 4 ਪੈਸੇ ਕਮਾਉਂਦੇ ਆ ਤੇ ਆਪਣੇ ਖਾਤਿਆਂ 'ਚ ਜੋੜ ਲਈਏ, ਆਪਣੇ ਲਈ ਜੋੜ ਲਈਏ। ਤੁਸੀਂ ਇਹ ਸਭ ਕੁਝ ਕਿਸ ਤਰੀਕੇ ਨਾਲ ਕਰਦੇ ਹੋ? ਮੈਮ, ਮੈਂ ਇੱਕ ਪ੍ਰਾਈਵੇਟ ਜੌਬ ਕਰਦੀ ਹਾਂ ਤੇ ਪ੍ਰਾਈਵੇਟ ਜੌਬ 'ਚੋਂ ਜਿਹੜਾ ਮੈਨੂੰ ਸੈਲਰੀ ਮਿਲਦੀ ਆ ਉਹ ਸਾਰਾ ਮੈਂ ਇਹਨਾਂ ਐਲੀਮਨ ਸਟੇ ਡੌਗ ਵਾਸਤੇ ਹੀ ਖਰਚ ਕਰਦੀ ਹਾਂ। ਔਰ ਮੈਂ ਸਿਲਾਈ ਵੀ ਕਰਦੀ ਹਾਂ। ਔਰ ਜਿੰਨਾ ਵੀ ਇੱਕ ਹੈਗੇ ਆ ਕਮਲ ਜੈਨ ਵੀਰ ਜੀ, ਉਹ ਮੇਰੀ ਫਾਈਨੈਂਸ ਮਤਲਬ ਜੋ ਵੀ ਖਰਚਾ ਆ ਡੌਗ ਲਈ ਖਰਚਾ, ਉਹ ਮੇਰੇ ਵਿੱਚ ਬਹੁਤ ਮਦਦ ਕਰਦੇ ਆ। ਤੇ ਉਹਨਾਂ ਦੇ ਇੱਕ ਚੰਗੇ ਇਨਸਾਨ ਹੋਣ ਕਰਕੇ ਕਿ ਜਿਹੜੀ ਮੇਰੀ ਸੇਵਾ ਆ ਉਹ ਰੁਕੀ ਨਹੀਂ ਤਾਂ ਜਦੋਂ ਲੋਕਡਾਊਨ ਵਿੱਚ ਸੀਗਾ ਉਸ ਵੇਲੇ ਮੇਰੀ ਸਰਵਿਸ ਚਲੀ ਗਈ ਸੀਗੀ। ਉਹ 1.5 ਸਾਲ ਤੱਕ ਮੈਨੂੰ ਕੋਈ ਕੰਮ ਨਹੀਂ ਮਿਲਿਆ। ਔਰ ਉਹਦੇ ਵਿੱਚ ਕਮਲ ਜੈਨ ਵੀਰ ਜੀ ਉਹਨਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਸੇਵਾ ਬੰਦ ਨਹੀਂ ਕਰਨੀ ਔਰ ਤੁਸੀਂ ਆਪਣਾ ਕੰਮ ਸ਼ੁਰੂ ਰੱਖਣਾ। ਤੇ ਉਸ ਤੋਂ ਬਾਅਦ ਫਿਰ ਮੈਨੂੰ 1.5 ਸਾਲ ਬਾਅਦ ਮੇਰੀ ਸਰਵਿਸ ਵਾਪਸ ਮਿਲੀ। ਹਾਂਜੀ, ਉਹ ਵੀ ਮੈਮ ਉਹਨਾਂ ਦਾ ਬਹੁਤ ਧੰਨਵਾਦ ਆ, ਮੈਮ ਅਪਰਨਾ ਬੈਨਰਜੀ, ਜਿਨ੍ਹਾਂ ਨੇ ਮੇਰੇ ਲਈ ਫਾਈਟ ਕੀਤੀ ਤਾਂ ਮੇਰੀ ਸਰਵਿਸ ਵਾਪਸ ਮਿਲੀ ਜੀ। ਤੇ ਮੈਮ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੂੰਗੀ ਕਿ ਜਿਸ ਤਰੀਕੇ ਨਾਲ ਮੈਂ ਦੇਖ ਰਹੀ ਹਾਂ ਡੌਗਸ ਤਾਂ ਇੱਥੇ ਆਉਂਦੇ ਹੀ ਨੇ, ਜਿਸ ਵਕਤ ਤੁਸੀਂ ਇੱਕ ਹੌਰਨ ਕਰਦੇ ਹੋ ਸਾਰੇ ਕੁੱਤੇ ਇਕੱਠੇ ਹੋ ਜਾਂਦੇ ਨੇ ਤੁਹਾਡੇ ਆਲੇ ਦੁਆਲੇ ਆ ਕੇ। ਇਸੇ ਤਰੀਕੇ ਨਾਲ ਡੌਗਸ ਦੇ ਇਲਾਵਾ ਵੀ ਤੁਸੀਂ ਜਾਨਵਰਾਂ ਦੀ ਮਦਦ ਕਰਦੇ ਹੋ? ਹਾਂਜੀ ਮੈਮ, ਮੇਰੇ ਕੋਲ ਆਉਂਦੇ ਆ ਗਾਈਆਂ ਆ, ਨੰਦੂ ਆ, ਉਹ ਜਿਹੜੇ ਬਿਮਾਰ ਹੁੰਦੇ ਆ ਉਹਨਾਂ ਨੂੰ ਉਠਾਉਣਾ, ਉਹਨਾਂ ਨੂੰ ਦੇਖਣਾ। ਲੋਕਾਂ ਦੇ ਵਿੱਚ ਇੱਕ ਨਾ ਬਹੁਤ ਜ਼ਿਆਦਾ ਮੈਂ ਕਹਿੰਦੀ ਵੀ ਪਾਪ ਵੱਧ ਚੁੱਕਾ ਹੈ ਕਿ ਇੱਕ ਇਹਨਾਂ ਨੂੰ ਸਿਰਫ ਆਪਣੇ ਇਸਤੇਮਾਲ ਤੱਕ ਹੀ ਸੀਮਤ ਰੱਖਦੇ ਆ। ਉਸ ਤੋਂ ਬਾਅਦ ਜਦੋਂ ਬਿਮਾਰ ਹੋ ਜਾਂਦੇ ਆ, ਕੁਝ ਵੀ ਹੋ ਜਾਂਦਾ, ਉਹਨਾਂ ਨੂੰ ਸੜਕਾਂ ਤੇ ਸਿੱਟ ਦਿੰਦੇ ਆ। ਜਦੋਂ ਮੈਨੂੰ ਪਤਾ ਚੱਲਦਾ ਆ ਵੀ ਉੱਥੇ ਇੱਕ ਗਾਂ ਬਿਮਾਰ ਆ, ਨੰਦੂ ਬਿਮਾਰ, ਐਕਸੀਡੈਂਟ ਹੋ ਰਿਹਾ ਆ, ਮੈਂ ਉੱਥੇ ਜਾ ਕੇ ਉਹਦਾ ਇਲਾਜ ਕਰਵਾਉਂਦੀ ਆ ਔਰ ਚੱਕ ਕੇ ਉਹਨੂੰ ਲੁਧਿਆਣੇ ਭੇਜਦੀ ਆ। ਲੁਧਿਆਣੇ ਕਿਸ ਤਰੀਕੇ ਨਾਲ ਭੇਜਦੇ ਹੋ ਤੁਸੀਂ? ਲੁਧਿਆਣੇ ਮੈਂ ਜੀ ਹਾਂਬੜਾ ਰੋਡ ਤੇ ਗਊ ਧਾਮ ਆ ਇੱਕ, ਔਰ ਲੋਕਾਂ ਨੂੰ ਡੋਨੇਸ਼ਨ ਕਿਸੇ ਕੋ 200 ਕਿਸੇ 100 ਰੁਪਇਆ ਲੈ ਕੇ, ਪ੍ਰਾਈਵੇਟ ਕਿਰਾਇਆ ਲੈ ਕੇ ਇਕੱਠਾ ਕਰਕੇ ਉਹਨਾਂ ਨੂੰ ਲੁਧਿਆਣੇ ਸ਼ਿਫਟ ਕਰਵਾਉਂਦੀ ਆ। ਤੇ ਤੁਸੀਂ ਮੈਮ ਹੁਣੇ ਇੱਕ ਗੱਲ ਕਹੀ ਕਿ ਲੋਕਾਂ 'ਚ ਪਾਪ ਬਹੁਤ ਵੱਧ ਗਿਆ ਆ। ਕਿਹੋ ਜਿਹੀ ਚੀਜ਼ਾਂ ਨੇ ਤੁਹਾਨੂੰ ਆਪਣੇ ਸਫ਼ਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ? ਲੋਕ ਕੀ ਚੀਜ਼ਾਂ ਕਰਦੇ ਨੇ ਜੇਕਰ ਅਸੀਂ ਸਟਰੀਟ ਡੌਗਸ ਦੀ ਗੱਲ ਕਰ ਲਈਏ ਉਹਨਾਂ ਦੇ ਨਾਲ? ਮੈਮ ਦੇਖੋ, ਲੋਕਾਂ ਦੇ ਵਿੱਚ ਕਈ ਅੱਛੇ ਇਨਸਾਨ ਵੀ ਆ ਤੇ ਕਈ ਬੁਰੇ ਇਨਸਾਨ ਵੀ ਆ। ਕੀ ਕਰਦੇ ਆ, ਜਦੋਂ ਬੱਚੇ ਉਹਨਾਂ ਦੀ ਗਲੀਆਂ ਦੇ ਵਿੱਚ ਬੱਚੇ ਦੇ ਦਿੰਦੇ ਡੌਗੀ, ਉਹ ਕੀ ਕਰਦੇ ਆ ਲਿਫਾਫਿਆਂ ਦੇ ਵਿੱਚ ਬੰਨ੍ਹ ਕੇ ਕੋਈ ਨਹਿਰਾਂ ਦੇ ਵਿੱਚ ਸਿੱਟ ਜਾਂਦਾ, ਕੋਈ ਕਿਤੇ ਨਾਲਿਆਂ ਦੇ ਵਿੱਚ ਸਿੱਟ ਦਿੰਦਾ। ਉਹਨਾਂ ਨੂੰ ਇੰਨਾ ਵੀ ਨਹੀਂ ਸੋਚ ਆਉਂਦੀ ਕਿ ਇਹ ਵੀ ਇੱਕ ਜੀਵ ਆ, ਪਰਮਾਤਮਾ ਦਾ ਭੇਜਿਆ ਹੋਇਆ ਆ, ਇਹਨੂੰ ਵੀ ਜੀਣ ਦਾ ਉਨਾ ਹੀ ਹੱਕ ਆ ਜਿੰਨਾ ਇਨਸਾਨ ਨੂੰ ਆ। ਤੇ ਇਸ ਕਰਕੇ ਜਦੋਂ ਆਹ ਗਾਈਆਂ ਦੇਖ ਲਓ, ਲੋਕੀ ਦੁੱਧ ਪੀਂਦੇ ਆ, ਉਹਨਾਂ ਨੂੰ ਇੰਨਾ ਇਸਤੇਮਾਲ ਕਰਦੇ ਆ, ਔਰ ਜਦੋਂ ਵਿਚਾਰੀਆਂ ਬਿਮਾਰ ਹੋ ਜਾਂਦੀਆਂ ਆ ਉਹਨਾਂ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੰਦੇ ਆ। ਔਰ ਇੱਕ ਉਹ ਇਹ ਤਰਸਯੋਗ ਹਾਲਤ ਵਿੱਚ ਪਈਆਂ ਹੁੰਦੀਆਂ ਕਿ ਕੋਈ ਇਨਸਾਨ ਅੱਗੇ ਆਵੇ ਔਰ ਸਾਨੂੰ ਥੋੜਾ ਜਿਹਾ ਖਾਣਾ ਹੀ ਦੇ ਦੇਵੇ, ਮਗਰ ਨਹੀਂ, ਲੋਕੀ ਲੰਘੀ ਜਾਂਦੇ ਆ, ਜਾਈ ਜਾਂਦੇ ਆ, ਉਹਨਾਂ ਦੀ ਜਿਹੜੀ ਹਾਲਤ ਵਾਲੇ ਕੋਈ ਨਹੀਂ ਦੇਖਦਾ। ਮੈਮ ਇੱਕ ਚੀਜ਼ ਆਂਦੀ, ਕਹਿੰਦੇ ਆ ਕਿ ਗਊ ਮਾਤਾ ਆ, ਗਊ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਸਾਡੇ ਇੱਥੇ, ਤੇ ਲੱਗਦਾ ਆ ਕਿ ਜਿਸ ਵਕਤ ਟਰੀਟ ਕਰਨ ਦੀ ਗੱਲ ਵੀ ਆਂਦੀ ਹੈ ਤਦ ਉਹਨਾਂ ਨੂੰ ਉਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਹੈ ਕਿ ਗਊ ਨੂੰ ਇੰਨਾ ਵੱਡਾ ਦਰਜਾ ਦਿੱਤਾ ਗਿਆ ਆ। ਮੈਂ ਤਾਂ ਜਿੰਨੀ ਦੇਰ ਤੱਕ ਕੰਮ ਹੋ ਗਿਆ ਨਾ, 24 ਸਾਲ ਤੱਕ ਕਰਦੀ ਦੇਖਦੀ ਨੂੰ, ਜਿਹੜੇ ਸਾਡੇ ਸਮਾਜ ਵਿੱਚ ਹਿੰਦੂ ਧਰਮ ਕਹਿੰਦੇ ਆ ਗਊ ਸਾਡੀ ਮਾਤਾ ਆ, ਮਗਰ ਮੈਂ ਹਜੇ ਤੱਕ ਜੇ ਸਾਡੇ ਹਿੰਦੂ ਧਰਮ ਵਾਲੇ ਇਕੱਠੇ ਹੋਣ, ਜਿੱਦਾਂ ਗਊ ਮਾਤਾ ਰੁਲਦੀ ਆ, ਉਹਨਾਂ ਦੀਆਂ ਟ੍ਰੇਨਾਂ ਦੇ ਥੱਲੇ ਆ ਕੇ ਲੱਤਾਂ ਕੱਟੀਆਂ ਜਾਂਦੀਆਂ ਆ, ਸਿਰ ਕੱਟੇ ਜਾਂਦੇ ਆ, ਤੜਫਦੀਆਂ ਰਹਿੰਦੀਆਂ ਕਿੰਨੇ ਦਿਨ। ਮੈਨੂੰ ਪਤਾ ਮੈਂ ਕਿੰਨੇ ਬੰਦਿਆਂ ਨੂੰ ਫੋਨ ਕਰਦੀ ਆ ਵੀ ਇਹਨਾਂ ਦੀ ਹੈਲਪ ਕਰੋ, ਕੋਈ ਅੱਗੇ ਨਹੀਂ ਆਉਂਦਾ। ਇੰਨੀ ਬੁਰੀ ਹਾਲਾਤ ਦੇ ਵਿੱਚ ਉਹ ਤੜਫਦੀਆਂ ਆ। ਇਹ ਫਿਰ ਗਊ ਮਾਤਾ ਦਾ ਦਰਜਾ ਜਿਹੜਾ ਤੁਸੀਂ ਇਨਸਾਨ ਦਿੰਦੇ ਹਿੰਦੂ ਧਰਮ ਵਾਲੇ, ਇਹ ਬਿਲਕੁਲ ਗਲਤ ਆ। ਮੈਂ ਕਹਿੰਦੀ ਜੇ ਤੁਹਾਨੂੰ ਲੱਗਦਾ ਵੀ ਗਊ ਮਾਤਾ ਇੰਨੀ ਕਸ਼ਟ ਵਿੱਚ ਆ, ਉਸ ਵੇਲੇ ਕਿਉਂ ਨਹੀਂ ਉਹਨੂੰ ਬਚਾਇਆ ਜਾਂਦਾ? ਬਿਲਕੁਲ।
ਉਹ ਉਸ ਵੇਲੇ ਉਹਨੂੰ ਉਠਾਇਆ ਜਾਵੇ। ਇਹ ਸਾਡੀ ਗਊ ਮਾਤਾ ਆ, ਜੇ ਇੰਨਾ ਹੀ ਹੈ ਉਹ ਵਿਚਾਰੀ ਮਰਦੀ ਵੀ ਇੱਕ ਦੁੱਧ ਵੀ ਦੇ ਜਾਂਦੀ ਹੈ, ਮਰਦੀ ਹੋਈ ਆਪਣੀ ਮਾਸ ਵੀ ਇਨਸਾਨ ਨੂੰ ਦੇ ਜਾਂਦੀ ਹੈ, ਇਨਸਾਨ ਦਾ ਫਿਰ ਵੀ ਢਿੱਡ ਨਹੀਂ ਭਰਦਾ। ਇਸ ਲਈ ਮੈਂ ਕਹਿੰਦੀ ਆ ਵੀ ਜਿੰਨਾ ਵੀ ਤੁਸੀਂ ਹੋ ਸਕਦਾ ਇਹਨਾਂ ਦੇ ਇੰਨਾ ਜ਼ੁਲਮ ਨਾ ਕਰੋ। ਪਰਮਾਤਮਾ ਨੇ ਸਭ ਨੂੰ ਇੱਕ ਦਿਨ ਸਜ਼ਾ ਦੇਣੀ ਹੈ। ਮੈਮ ਜਿਸ ਵਕਤ ਆਪਾਂ ਗੱਲ ਕਰਦੇ ਆ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ, ਬਿਮਾਰ ਹੁੰਦੇ ਨੇ ਜਾਨਵਰ ਤੇ ਡਾਕਟਰਸ ਦੀ ਵੀ ਲੋੜ ਪੈਂਦੀ ਹੋਏਗੀ, ਤੁਹਾਨੂੰ ਮੈਡੀਕਲ ਹੈਲਪ ਦੀ ਵੀ ਲੋੜ ਪੈਂਦੀ ਹੋਏਗੀ। ਕੀ ਕੋਈ ਮੈਡੀਕਲ ਸਹਾਇਤਾ ਤੁਹਾਨੂੰ ਸਰਕਾਰੀ ਪੱਧਰ ਤੇ ਜਾਂ ਸਰਕਾਰੀ ਡਾਕਟਰਾਂ ਵੱਲੋਂ ਮਿਲਦੀ ਹੈ? ਨਹੀਂ ਮੈਮ, ਮੈਨੂੰ ਕੋਈ ਵੀ ਇਦਾਂ ਦੀ ਸਰਕਾਰੀ ਹੈਲਪ ਨਹੀਂ ਮਿਲਦੀ। ਮੈਂ ਤਾਂ ਅੱਜ 3-4 ਦਿਨ ਹੋ ਗਏ ਆ ਵੀ ਉੱਥੇ ਕਾਰਪੋਰੇਸ਼ਨ 'ਚ ਘੁੰਮ ਕੇ ਆ ਗਈ ਆ ਵੀ ਮੈਨੂੰ ਇੱਕ ਹੈਲਪ ਦਿੱਤੀ ਜਾਵੇ। ਜਿਹੜੀਆਂ ਰੇਲਵੇ ਲਾਈਨ ਤੇ ਗਾਵਾਂ ਬੰਨੀਆਂ ਜਾਂਦੀਆਂ ਆ ਉਹ ਇੰਨੀ ਬੁਰੀ ਤਰੀਕੇ ਨਾਲ ਕੱਟੀਆਂ ਜਾਂਦੀਆਂ ਆ, ਜ਼ਖਮੀ ਹੋ ਜਾਂਦੀਆਂ, ਉਹਨਾਂ ਦਾ ਇਲਾਜ ਕਰਾਉਣ ਲਈ ਕੋਈ ਨਹੀਂ ਆ ਰਿਹਾ। ਤੇ ਨਾ ਹੀ ਮੈਨੂੰ ਸਰਕਾਰੀ ਡਾਕਟਰ ਦੀ ਸਹਾਇਤਾ ਮਿਲਦੀ ਆ, ਨਾ ਹੀ ਉਹਨਾਂ ਦੀ ਇਸ ਕਾਰਪੋਰੇਸ਼ਨ ਤੋਂ ਕੋਈ ਸਹਾਇਤਾ ਮਿਲਦੀ ਕਿ ਇਹਨੂੰ ਗਾਂ ਨੂੰ ਚੁਕਾ ਕੇ ਕਿਸੇ ਹਸਪੀਟਲ 'ਚ ਪਹੁੰਚਾਵਾਂ। ਤੇ ਇਹ ਜੋ ਵੀ ਹੁੰਦਾ ਆ, ਇਹ ਮੈਂ ਆਪਣੇ ਜਿੰਨੇ ਵੀ ਮੇਰੇ ਸਾਥੀ ਆ ਜੋ ਮੈਨੂੰ ਜਾਣਦੇ ਆ, ਕਿਸੇ ਕੋਲ 100-200 ਰੁਪਈਆ ਇਕੱਠਾ ਕਰਕੇ ਮੈਂ ਉਹਨਾਂ ਦੀ ਸਹਾਇਤਾ ਕਰਦੀ ਆ। ਤੇ ਫਿਰ ਪ੍ਰਾਈਵੇਟ ਡਾਕਟਰਸ ਆਉਂਦੇ ਹੋਣਗੇ, ਪ੍ਰਾਈਵੇਟ ਡਾਕਟਰ ਆ ਕੇ ਵੀ ਤੁਹਾਡੀ ਮਦਦ ਕਰਦੇ ਹੋਣਗੇ ਜਿਸ ਵਕਤ ਲੋੜ ਪੈਂਦੀ ਹੋਏਗੀ। ਕੋਈ ਐਸੀ ਘਟਨਾ ਵਾਪਰੀ ਹਾਲ ਹੀ ਦੇ ਵਿੱਚ ਜਿਸ ਵਕਤ ਤੁਹਾਨੂੰ ਮੈਡੀਕਲ ਫੈਸਿਲਿਟੀ ਦੀ ਲੋੜ ਪਈ ਹੋਵੇ ਤੇ ਤੁਹਾਨੂੰ ਕੋਈ ਵੀ ਨਾ ਮਿਲਿਆ ਹੋਵੇ, ਫਿਰ ਤੁਸੀਂ ਆਪਣੇ ਆਪ ਕੋਈ ਮਦਦ ਕੀਤੀ ਹੋਵੇ ਉਹਨਾਂ ਦੀ? ਮੈਮ ਜਿਹੜੀ ਐਨੀਮਲ ਵਾਸਤੇ ਨਾ, ਡੌਗ ਵਾਸਤੇ, ਗਾਈਆਂ ਵਾਸਤੇ ਆ, ਉਹ ਜਿਹੜੀ ਹੈਲਪ ਨਾ ਉਹ ਅਸੀਂ ਆਪਣੇ ਕੋਲ ਹੀ ਕਰੀਦੀ ਆ, ਨਾ ਕਿ ਸਾਨੂੰ ਸਰਕਾਰੀ ਸਹੂਲਤ ਕੋਈ ਨਹੀਂ ਮਿਲਦੀ। ਕੋਈ ਦੇ ਕੇ ਹੈ ਹੀ ਨਹੀਂ ਉਹਨਾਂ ਨੇ ਵਿੱਚ, ਉਹ ਕਹਿ ਦਿੰਦੇ ਆ ਵੀ ਹਾਂ ਤੁਸੀਂ ਕਰ ਲਓ, ਮਗਰ ਕੋਈ ਵੀ ਇੱਧਰ ਹੀ ਹੈਲਪ ਨਹੀਂ ਹੈਗੀ। ਵੀ ਜੇ ਆਪਾਂ ਕਹੀਏ ਵੀ ਅਸੀਂ ਸਗੋਂ ਉਹਨਾਂ ਨੂੰ ਕਿੰਨੀ ਵਾਰੀ ਮੈਂ ਕਹਿ ਚੁੱਕੀ ਹਾਂ ਵੀ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ, ਕਿਉਂਕਿ ਸਰਕਾਰ ਨਾਲੋਂ ਅੱਧਾ ਕੰਮ ਪ੍ਰਾਈਵੇਟ ਲੋਕੀ ਕਰ ਰਹੇ ਆ ਜੀ। ਔਰ ਇਹ ਚੀਜ਼ ਦੇ ਨਾਲ ਤੁਸੀਂ ਮਿਲ ਕੇ ਚੱਲੋਗੇ ਤੇ ਸਟਰੀਟ ਡੌਗ ਆ, ਗਾਈਆਂ ਆ, ਇਹ ਸੇਫ ਹੋ ਜਾਣਗੀਆਂ। ਮਗਰ ਨਹੀਂ, ਇੱਧਰ ਹੀ ਕੋਈ ਵੀ ਸਰਕਾਰ ਵਿੱਚ ਤਾਂ ਕੋਈ ਇੱਧਰ ਦੀ ਚੀਜ਼ ਹੈ ਹੀ ਨਹੀਂ ਕਿ ਉਹ ਨਾ ਇਹਨਾਂ ਐਨੀਮਲ ਵਾਸਤੇ ਕੰਮ ਕੀਤਾ ਜਾ ਸਕੇ। ਮੈਮ ਚਲੋ ਸਰਕਾਰੀ ਪੱਧਰ ਦੀ ਗੱਲ ਤਾਂ ਆਪਾਂ ਛੱਡ ਹੀ ਦਿੰਨੇ, ਕਿਉਂਕਿ ਕਿਸੇ ਖੇਤਰ ਦੇ ਵਿੱਚ ਵੀ ਜਿਹੜਾ ਆ ਸਹਾਇਤਾ ਅੱਛੇ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਲੇਕਿਨ ਮੈਂ ਦੇਖ ਰਹੀ ਹਾਂ ਜਿਸ ਤਰੀਕੇ ਨਾਲ ਤੁਹਾਡੇ ਕੋਲ ਡੌਗਸ ਆਉਂਦੇ ਨੇ, ਤੁਹਾਡੇ ਨਾਲ ਲਿਪਟਦੇ ਨੇ, ਤੁਹਾਡੇ ਉੱਤੇ ਚੜ੍ਹਦੇ ਨੇ, ਤੁਹਾਨੂੰ ਆਪਣੇ ਆਪ ਡਰ ਨਹੀਂ ਲੱਗਦਾ ਉਹਨਾਂ ਤੋਂ? ਕਿਉਂਕਿ ਸਟਰੀਟ ਡੌਗਸ ਤਾਂ ਸਾਰੇ ਡਰਦੇ ਆ। ਨਹੀਂ ਮੈਮ, ਇਹ ਪਿਆਰ ਮੰਗਦੇ ਆ। ਹੁਣ ਦੇਖੋ ਤੁਸੀਂ ਵੀ ਆਏ ਆ, ਤੁਹਾਨੂੰ ਨਹੀਂ ਕਿਸੇ ਨੇ ਬੁਲਾਇਆ ਕਿ ਹੋਰ ਇੰਡੀਅਨ ਲੋਕੀ ਲੰਘਦੇ ਆ, ਹੋਰ ਕਿਸੇ ਨੂੰ ਨਹੀਂ ਬੁਲਾਇਆ। ਇੱਕ ਇਹਨਾਂ ਨੂੰ ਆਸ ਹੁੰਦੀ ਹੈ ਕਿ ਇਹ ਸਾਡਾ ਆਪਣਾ ਆ। ਇਹ ਜਦੋਂ ਆਪਣੇ ਦੇ ਵਿੱਚ ਗੱਲ ਆ ਜਾਂਦੀ ਆ, ਉਹ ਫਿਰ ਉਸ ਬੰਦੇ ਤੋਂ ਹੀ ਪਿਆਰ ਮੰਗਦੇ ਆ, ਤੇ ਜਿੰਨਾ ਉਹ ਪਿਆਰ ਸਾਨੂੰ ਦਿੰਦੇ ਆ ਤਾਂ ਸਾਨੂੰ ਉਹ ਤੋਂ ਜ਼ਿਆਦਾ ਉਹਨਾਂ ਨੂੰ ਦੇਣਾ ਪੈਂਦਾ। ਹੁਣ ਇਹ ਨਹੀਂ ਹੈ, ਦੇਖੋ ਮੇਰੇ ਕੋਲ ਗਾਈਆਂ ਸੀਗੀਆਂ, ਮੇਰੇ ਕੋਲ 80-90 ਗਾਈਆਂ ਸੀ ਲੋਕਡਾਊਨ ਦੇ ਵਿੱਚ। ਔਰ ਜਨਵਰੀ ਦੇ ਮਹੀਨੇ ਉਹ ਕੋਈ ਚਲਦੀ ਗੱਡੀ ਦੇ ਵਿੱਚੋਂ ਉਹਨਾਂ ਨੂੰ ਧੱਕਾ ਮਾਰ ਕੇ ਸਿੱਟ ਗਿਆ। ਕਈਆਂ ਦੀਆਂ ਲੱਤਾਂ ਟੁੱਟ ਗਈਆਂ, ਕਿਸੇ ਦੇ ਸਿਰ ਫਟ ਗਏ। ਔਰ ਉਹਨਾਂ ਨੇ ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਸੀਗੀ, ਉਹਨਾਂ ਨੂੰ ਫਿਰ ਮੈਂ ਸੇਵ ਕੀਤਾ ਬਲਟਨ ਪਾਰਕ ਦੇ ਵਿੱਚ। 25 ਗਾਵਾਂ ਤਾਂ ਇੰਨੀ ਬੁਰੀ ਤਰੀਕੇ ਨਾਲ ਬਿਮਾਰ ਸੀਗੀਆਂ, ਉਹਨਾਂ ਨੂੰ ਮੈਂ ਡਾਕਟਰ ਆਪ ਬੁਲਾ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਠੀਕ ਕਰਕੇ ਤੇ ਉਹਨਾਂ ਨੂੰ ਫਰੀਦਕੋਟ ਗਊਸ਼ਾਲਾ ਦੇ ਵਿੱਚ ਭੇਜਿਆ। ਅੱਛਾ, ਹਾਂਜੀ। ਤੇ ਉਹ ਦੇਖ ਲਓ ਮੇਰੀ ਇੱਕ ਆਵਾਜ਼ ਦੇ ਵਿੱਚ ਇਸ ਤਰ੍ਹਾਂ ਆਉਂਦੀਆਂ ਸੀਗੀਆਂ ਕਿ ਇਹ ਕੋਈ ਸਾਡਾ ਆਪਣਾ ਬੰਦਾ। ਔਰ ਮੈਨੂੰ ਸਾਰੇ ਲੋਕੀ ਕਹਿੰਦੇ ਸੀਗੇ ਵੀ ਤੈਨੂੰ ਇਹ ਮਾਰਨਗੇ, ਇਹ ਤੈਨੂੰ ਹਿੱਟ ਕਰ ਜਾਣਗੇ, ਮਗਰ ਨਹੀਂ, ਉਹ ਮੇਰੀ ਇੱਕ ਆਵਾਜ਼ ਤੇ ਹੀ ਆ ਜਾਂਦੇ ਸੀ ਸਾਰੇ ਜਣੇ। ਅੱਜ ਮੈਮ ਜਿਸ ਵਕਤ ਇਦਾਂ ਦਾ ਹੁੰਦਾ ਹੈ, ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਤੁਸੀਂ ਆਪੇ ਹੀ ਕਿਹਾ ਕਿ ਬੜਾ ਕਰੂਪ ਜੇ ਲੋਕ ਨੇ, ਬੜੇ ਰੂਡ ਜੇ ਨੇ ਲੋਕ। ਕਿੱਦਾਂ ਦਾ ਲੱਗਦਾ ਹੈ ਜਿਸ ਵਕਤ ਬੇਜ਼ੁਬਾਨ ਭਾਵੇਂ ਨੇ ਲੇਕਿਨ ਤੁਹਾਡੇ ਨਾਲ ਉਨਾ ਕੀ ਪਿਆਰ ਜਤਾਉਂਦੇ ਨੇ? ਕਿੱਦਾਂ ਦਾ ਲੱਗਦਾ ਅੰਦਰੋਂ ਦੀ, ਕਿੱਦਾਂ ਦੀ ਫੀਲਿੰਗ ਆਉਂਦੀ ਹੈ? ਬਹੁਤ ਅੱਛਾ ਲੱਗਦਾ ਹੈ, ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਮੈਂ ਕਿਸੇ ਇਹਨਾਂ ਵਾਸਤੇ ਕੁਝ ਕੀਤਾ ਹੈ। ਜੇ ਹੁਣ ਤੁਸੀਂ ਦੇਖ ਲਓ ਇੱਕ ਐਨੀਮਲ ਆ ਕੋਈ ਡਿੱਗਿਆ ਹੋਇਆ, ਉਹ 4 ਦਿਨ ਤੋਂ ਬਿਮਾਰ ਆ, ਉਹਨੂੰ ਲੋਕੀ ਲੰਘਦੇ ਆ ਦੇਖਦੇ ਆ, ਨਹੀਂ ਕੁਛ ਕੀਤਾ। ਜੇ ਮੇਰੀ ਅੱਜ ਕੋਸ਼ਿਸ਼ ਨੇ ਨਾਲ ਉਹ ਠੀਕ ਹੋ ਗਿਆ ਤਾਂ ਉਹ ਇਹ ਤੋਂ ਵੱਡੀ ਕਿਹੜੀ ਖੁਸ਼ੀ ਹੋ ਸਕਦੀ ਹੈ? ਉਹਦਾ ਦੁੱਖ ਦੂਰ ਹੋ ਗਿਆ। ਔਰ ਇੱਕ ਉਹਦੇ ਮਨ ਦੇ ਵਿੱਚ ਵੀ ਆਇਆ ਕਿ ਹਾਂ ਇਹ ਪਰਮਾਤਮਾ ਨੇ ਮੇਰੇ ਲਈ ਭੇਜਿਆ ਬੰਦਾ। ਮੈਮ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ, ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਜੇਕਰ ਕੋਈ ਤੁਹਾਡੀ ਮਦਦ ਕਰਨਾ ਚਾਹਵੇ, ਕਿਸ ਤਰੀਕੇ ਦੀ ਸਹਾਇਤਾ ਇਸ ਵਕਤ ਜਿਹੜੀ ਤੁਹਾਨੂੰ ਜਿਹਦੀ ਲੋੜ ਹੈਗੀ ਹੈ? ਮੈਮ ਮੈਨੂੰ ਇੱਕ ਸਹਾਇਤਾ ਜਾਂ ਮੇਰੀ ਕੋਈ ਇਹ ਵੀਡੀਓ ਦੇਖ ਰਿਹਾ ਹੈ ਤਾਂ ਮੈਨੂੰ ਇੱਕ ਚੀਜ਼ ਦੀ ਬਹੁਤ ਜ਼ਰੂਰੀ ਸਹਾਇਤਾ ਹੈ ਕਿ ਮੇਰੀ ਐਕਟਿਵਾ ਹੈ ਜਿਹੜੀ ਉਹ ਟੁੱਟ ਗਈ ਆ। ਔਰ ਮੈਂ ਇਹ ਸਵੇਰ ਨੂੰ ਇਹੀ ਅਰਦਾਸ ਕਰਦੀ ਹਾਂ ਪਰਮਾਤਮਾ ਮੇਰੀ ਐਕਟਿਵਾ ਜਿਹੜੀ ਖਰਾਬ ਆ ਉਹ ਸਵੇਰੇ ਚੱਲਦੀ ਹੋਵੇ। ਜੇ ਖਰਾਬ ਹੋ ਗਈ ਤਾਂ ਮੈਂ ਕੱਲ ਨੂੰ ਕੰਮ ਤੇ ਨਹੀਂ ਜਾ ਸਕੂੰਗੀ। ਸਟਰੀਟ ਡੌਗ ਵਾਸਤੇ ਨੂੰ ਖਾਣਾ ਜਾਂ ਕੋਈ ਵੀ ਬੰਦੇ ਆ ਉਹਨਾਂ ਨੂੰ ਦੇਖ ਸਕੂੰਗੀ, ਕਿਉਂਕਿ ਇੰਨਾ ਅਫੋਰਡ ਮੈਂ ਨਹੀਂ ਕਰ ਸਕਦੀ।
ਮੇਰੀ ਐਕਟਿਵਾ ਹੁਣ ਜਿਹੜੀ ਬਿਲਕੁਲ ख़राब ਹੋ ਚੁੱਕੀ ਆ ਔਰ ਮੈਂ ਬਹੁਤ ਪੈਸੇ ਲਗਾਉਂਦੀ ਆ ਤਾਂ ਫਿਰ ਹੀ ਇਹਨਾਂ ਨੂੰ ਲੈ ਕੇ ਜਾਂਦੀ ਆ ਤੇ ਰਸਤੇ 'ਚ ਕਈ ਵਾਰੀ ख़राब ਹੋ ਜਾਂਦੀ ਆ ਤਾਂ ਉੱਥੇ ਕਿੰਨੇ 2-2 ਘੰਟੇ ਤੱਕ ਮੈਨੂੰ ਬੈਠਣਾ ਪੈਂਦਾ। ਫਿਰ ਮੈਮ ਠੀਕ ਕਿੱਦਾਂ ਹੁੰਦੀ ਹੈ ਇਹ ਕੋਈ ਜਿੱਦਾਂ ਹੁਣ ਕਿਸੇ ਨੂੰ ਮੈਂ ਬੁਲਾਉਂਦੀ ਆ ਕੋਈ 1500 ਰੁਪਇਆ ਮੰਗਦਾ ਹੈ, ਫਿਰ 2000 ਮੰਗਦਾ, ਇੰਨੀ ਮੇਰੀ ਗੁੰਜਾਇਸ਼ ਨਹੀਂ ਹੁੰਦੀ। ਹੁਣ ਬੜੀ ਮੁਸ਼ਕਲ ਦੇ ਨਾਲ ਹੋ ਵੀ ਗਏ ਨੂੰ 10 ਕੁ ਸਾਲ ਹੋ ਗਏ ਮੇਰੀ ਐਕਟਿਵਾ ਨੂੰ ਤੇ ਐਕਟਿਵਾ ਦਾ ਹੁਣ ਮੈਨੂੰ ਰੇਂਜ ਕਰਨਾ ਬੜਾ ਔਖਾ ਆ। ਜੇ ਇਹ ਵੀ ख़राब ਹੋ ਗਈ ਤਾਂ ਫਿਰ ਮੈਂ ਬਾਹਰ ਨਹੀਂ ਆ ਸਕੂੰਗੀ। ਇਸ ਕਰਕੇ ਇਹੀ ਚੀਜ਼ ਦੀ ਸੋਚ ਰਹਿੰਦੀ ਆ ਕਿ ਮੈਂ ਐਕਟਿਵਾ ਦਾ ਕਿੱਦਾਂ ਕਰੂੰਗੀ। ਬਿਲਕੁਲ ਇੱਕ ਇਹ ਲੋੜ ਤਾਂ ਮੈਮ ਹੈਗੀ ਹੈ। ਜੇਕਰ ਲੋਕਾਂ ਲਈ ਇੱਕ ਕੋਈ ਸੁਨੇਹਾ ਦੇਣਾ ਹੋਵੇ ਜਾਂਦੇ ਜਾਂਦੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕਿ ਕਿਸ ਤਰੀਕੇ ਨਾਲ ਜਿਹੜੇ ਡੌਗਸ ਨੇ ਉਹਨਾਂ ਨੂੰ ਬਚਾਇਆ ਜਾਵੇ। ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦੀ ਹਾਂ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮਤਲਬ ਜੋ ਤੁਹਾਡੇ ਆਪਣੀ ਕਮਾਈ ਦਾ 10ਵਾਂ ਹਿੱਸਾ ਵੀ ਹੈ, 10 ਰੁਪਏ ਵੀ ਹੈ ਨਾ, ਜੇ ਤੁਸੀਂ ਇੱਕ ਇਹਨਾਂ ਐਨੀਮਲ ਨੂੰ ਖਾਣਾ ਦਿੰਦੇ ਆ ਤੇ ਇਹ ਪ੍ਰਮਾਤਮਾ ਤੁਹਾਨੂੰ ਸਭ ਤੋਂ ਵੱਡਾ ਸੁੱਖ ਦਿੰਦਾ। ਤੇ ਜਿਹੜੀ ਕਰੂਰਤਾ ਹੈ ਤੁਸੀਂ ਕਹਿੰਦੇ ਆ ਲੋਕੀ ਕਹਿ ਦਿੰਦੇ ਆ ਸਾਡੇ ਗਲੀਆਂ 'ਚ ਪੋਟੀ ਕਰਦੇ ਆ, ਡੌਗੀ ਵੱਢਦੇ ਆ, ਇਹ ਬੱਚਿਆਂ ਨੂੰ ਵੱਢਦੇ ਆ। ਜਿਹੜੇ ਡੌਗ ਇੱਦਾਂ ਵੱਢਦੇ ਨਹੀਂ ਹੈਗੇ, ਬੱਚੇ ਵੀ ਛੇੜਦੇ ਆ ਉਹਨਾਂ ਨੂੰ, ਇਸ ਕਰਕੇ ਇਹ ਡੌਗ ਹਿੱਟ ਕਰਦੇ ਆ। ਇਸ ਲਈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਇਹਨਾਂ ਵਾਸਤੇ ਇੱਕ ਪਿਆਰ ਭਰੀ ਆਪਣੀ ਨਜ਼ਰ ਰੱਖੋ। ਇਹ ਪਿਆਰ ਮੰਗਦੇ ਆ, ਕੋਈ ਲੜਾਈ ਝਗੜਾ ਨਹੀਂ ਮੰਗਦੇ। ਜੀ ਬਿਲਕੁਲ। ਹਾਂਜੀ, ਤੁਸੀਂ ਇਹ ਦੇਖਿਆ ਕਿ ਇੱਕ ਬਹੁਤ ਚੰਗਾ ਸੁਨੇਹਾ ਦਿੱਤਾ ਕਿ ਜਿਹੜਾ ਬੇਜ਼ੁਬਾਨ ਜਾਨਵਰ ਹੈ ਉਹ ਪਿਆਰ ਮੰਗਦਾ ਆ, ਸਿਰਫ ਉਹਨੂੰ ਪਿਆਰ ਕੀਤਾ ਜਾਵੇ, ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਕੈਮਰਾਮੈਨ ਸੂਰਜ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।